सारा देश अपना 75वां आज़ादी दिवस मना रहा है। उत्थे ही ਜਿਹੜੇ 13 ਅਪ੍ਰੈਲ 1919 मतलब 1947 ਤੋਂ करीब 28 साल ਪਹਿਲਾਂ ਜੱਲਿਆਂਵਾਲੇ ਬਾਗ ਖੂਨੀ ਸਾਕੇ ਦੇ ਵਿੱਚ ਸ਼ਹੀਦ ਹੋਏ ਸੀ, ਉਹਨਾਂ ਦੇ ਪਰਿਵਾਰਾਂ ਦੀ ਮੰਗਾਂ ਅੱਜ ਤੱਕ ਨਹੀਂ ਮੰਨੀਆਂ ਗਈਆਂ। ਸੋ ਅਸੀਂ ਜੱਲਿਆਂਵਾਲੇ ਬਾਗ ਦੇ ਵਿੱਚ ਇਸ ਸਮੇਂ ਖੜੇ ਹਾਂ, ਜਿੱਥੋਂ ਆਜ਼ਾਦੀ ਦਿਵਸ ਦੀ ਸ਼ੁਰੂਆਤ ਹੋਈ ਸੀ। मतलब 1919 ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਕੁਰਬਾਨੀਆਂ ਦਿੱਤੀਆਂ। ਸੋ ਉਹਨਾਂ ਦੇ ਪਰਿਵਾਰ ਵਾਲੇ ਵੀ ਸਾਡੇ ਨਾਲ ਮੌਜੂਦ ਹੈ, ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਜ਼ਾਦੀ ਦਿਵਸ ਤੇ ਤੁਹਾਨੂੰ ਜੱਲਿਆਂਵਾਲੇ ਬਾਗ ਦੀ ਤਸਵੀਰਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਦੇ ਨਾਲ ਕਈ ਲੋਕ ਪਰਯਟਕ ਜਿਹੜੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਨੇ। ਅੰਗਰੇਜ਼ਾਂ ਦੀ ਗੋਲੀਆਂ ਦੇ ਸ਼ਿਕਾਰ ਜਿਹੜੇ ਭਾਰਤੀ ਹੋਏ ਸੀ, ਉਹਨਾਂ ਦਾ ਇੱਕੋ ਮਕਸਦ ਸੀ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣਾ। ਲੇਕਿਨ 28 ਸਾਲ 1919 ਤੋਂ ਬਾਅਦ ਕਰੀਬ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ, 28 ਸਾਲ ਲੱਗੇ। ਸੋ ਪਰਿਵਾਰ ਸਾਡਾ ਮੌਜੂਦ ਹੈ। ਭਾਜੀ, ਤੁਹਾਡੇ ਇਸ ਜੱਲਿਆਂਵਾਲੇ ਬਾਗ ਦੇ ਖੂਨੀ ਸਾਕਾ ਜਦੋਂ ਹੋਇਆ ਸੀ, मतलब 1947 ਤੋਂ 28 ਸਾਲ ਪਹਿਲਾਂ ਕੌਣ ਸ਼ਹੀਦ ਹੋਏ ਸੀ ਤੇ ਤੁਹਾਡੀ ਹੁਣ ਕੀ ਮੰਗਾਂ ਨੇ? मेरा नाम सुनील कपूर है। मेरे परदादा श्री लाला वासूमल कपूर जी 2 गोलियां लगन नाल इत्थे शहीद होए सन और उन्होंने तन मन धन तो अपना शहादत का जाम पीता। देखो अज 75वीं ਜਿਹੜੀ ਅਸੀਂ ਸਾਲਗਿਰਾ ਕਹਿ ਲਈਏ ਜਾਂ ਮਹੋਤਸਵ ਕਹਿ ਲਈਏ ਆਜ਼ਾਦੀ ਦਾ, ਉਹਨੂੰ ਮਨਾਉਣ ਜਾ ਰਹੇ ਹਾਂ। ਪਹਿਲੇ ਤਾਂ ਮੈਂ ਪੂਰੇ ਦੇਸ਼ ਵਾਸੀਆਂ ਨੂੰ ਤੇ ਦੇਸ਼ ਵਿਦੇਸ਼ 'ਚ ਰਹਿਣ ਵਾਲੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਜਿਵੇਂ ਕਿ ਤੁਸੀਂ ਪੁੱਛਿਆ ਕਿ ਅੱਜ ਤੱਕ ਇਹਨਾਂ ਨੂੰ ਸਹੂਲਤਾਂ, ਦੇਖੋ ਅੱਜ ਤੱਕ ਕਿਸੇ ਵੀ ਸਰਕਾਰ, ਚਾਹੇ ਕੇਂਦਰ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ, ਇਹ 75 ਸਾਲ ਬੀਤਣ ਦੇ ਬਾਅਦ ਵੀ ਅੱਜ ਤੱਕ ਕਿਸੇ ਵੀ ਸਰਕਾਰਾਂ ਨੇ ਇਹਨਾਂ ਦੀ ਸੁੱਧ ਬੁੱਧ ਨਹੀਂ ਲਈ ਪਰਿਵਾਰਾਂ ਦੀ। ਔਰ ਇਹ ਜਿੰਨੇ ਵੀ ਵਾਅਦੇ ਹੈ ਸਰਕਾਰਾਂ ਕਰਦੀਆਂ, ਪਹਿਲੇ ਤੇ ਨਤਮਸਤਕ ਵੀ ਹੁੰਦੇ ਨੇ ਔਰ ਇਹਨਾਂ ਦੇ ਨਾਮ ਤੋਂ ਵੋਟ ਵੀ ਲਿੱਤੇ ਜਾਂਦੇ ਨੇ ਇਹਨਾਂ ਸ਼ਹੀਦਾਂ ਦੇ, ਲੇਕਿਨ ਬਾਅਦ ਦੇ ਵਿੱਚ ਇਹਨਾਂ ਦੇ ਨਾ ਵਾਅਦੇ ਰਹਿੰਦੇ ਆ ਤੇ ਨਾ ਇਰਾਦੇ ਰਹਿੰਦੇ। ਇਹ ਦੋਨੋਂ ਤੋੜ ਕੇ ਆਪਣੀ ਸੱਤਾ ਦੇ ਮੱਧ ਦੇ ਵਿੱਚ ਫਿਰ ਸੱਤਾ ਭੋਗਦੇ ਨੇ। ਅੱਜ ਤੱਕ ਵੀ ਇਹਨਾਂ ਦੇ ਜਿੰਨੇ ਵੀ ਪ੍ਰੋਗਰਾਮ ਹੋਏ ਨੇ, ਅੱਜ ਤੱਕ ਵੀ ਇਹਨਾਂ ਨੇ ਸਾਨੂੰ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਨਾ ਸਰਟੀਫਿਕੇਟ ਜਾਰੀ ਕੀਤੇ, ਨਾ ਹੀ ਇਹਨਾਂ ਨੇ ਕੋਈ ਤਾਮਰ ਪੱਤਰ ਦਿੱਤੇ, ਨਾ ਹੀ ਕੋਈ ਸਹੂਲਤਾਂ ਦਾ ਐਲਾਨ ਕੀਤਾ। ਇਹ ਹਰ ਵਾਰ ਇਹਨਾਂ ਦੇ ਜਿਹੜੇ ਅਧਿਕਾਰੀ ਆ ਉਹ ਇੱਕ ਪਾਲਿਸੀ ਨੂੰ ਫੜ ਕੇ ਬੈਠੇ ਨੇ ਕਿ ਮੈਨੂੰ ਇੱਕ ਗੱਲ ਦੱਸੋ ਕਿ ਜੇਕਰ ਮੇਰੇ ਪਰਦਾਦਾ ਜੀ ਅੱਜ ਜਿੰਦਾ ਹੁੰਦੇ ਤੇ ਤਕਰੀਬਨ ਉਹਨਾਂ ਦੀ 150 ਸਾਲ ਉਮਰ ਹੋਣੀ ਸੀ। 45 ਸਾਲ ਦੀ ਉਮਰ 'ਚ ਉਹਨਾਂ ਨੂੰ ਗੋਲੀ ਲੱਗੀ ਸੀ। 103 ਸਾਲ ਹੋ ਗਏ ਇਸ ਸਾਕੇ ਨੂੰ। क्या 150 साल कोई भी या मेरी परदादी भी होंदी तो 140 साल की जिंदा होंदी, क्या वो जिंदा होंदे तो क्या वो उन्होंने क्या सहूलतां प्रदान करते? जे मेरे दादा जी भी होंदे तो वो 125 साल दे। तो ये एक बहुत वड्डा एक बद्दा मजाक कर रही है सरकारां साडे नाल कि इन्हां दे शायद अधिकारियां नूं गणित भी नहीं आता तो ना ही इन्हां सरकारां दे कोल कोई कागज़ ते कलम हैगी है कि जिस दे नाल ये 2 अखर लिख के भेज देन कि इन्हां दा सर्टिफिकेट जारी किया जाए। सो मैं इस तो ज़्यादा नलायकी और की अपनी सरकारां दी ਤੁਹਾਡੇ ਅੱਗੇ ਬਿਆਨ ਕਰਾਂ। ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਇਸ ਵਾਰੀ ਆਪਾਂ 75ਵੀਂ ਜਿਹੜੀ ਸਾਲਗਿਰਾ ਮਨਾ ਰਹੇ ਹਾਂ ਆਜ਼ਾਦੀ ਦਿਵਸ ਦੀ, ਸੋ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਆਜ਼ਾਦ ਹੋ ਪਾਏ ਹੋ? ਆਜ਼ਾਦੀ ਦੀ ਜਿਹੜੀ ਖੁੱਲੇ ਜਿਹੜੇ ਅਸਮਾਨ ਦੇ ਥੱਲੇ ਸਾਹ ਲੈ ਸਕਦੇ ਹੋ? ਦੇਖੋ ਉਸ ਆਜ਼ਾਦੀ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਲੇਕਿਨ ਉਹਨਾਂ ਕੁਰਬਾਨੀਆਂ ਨੂੰ ਕੋਈ ਯਾਦ ਨਹੀਂ ਕਰ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਕਿ ਆਜ਼ਾਦੀ ਦਾ ਜਿਹੜਾ ਅਸੀਂ ਲੈ ਰਹੇ ਹਾਂ, ਦੇਖੋ ਇਹ ਸਾਰੇ ਦੇਸ਼ ਵਾਸੀ ਉਸ ਆਜ਼ਾਦ ਹਵਾ ਨੂੰ ਲੈ ਰਹੇ ਨੇ, ਲੇਕਿਨ ਅਸੀਂ ਕਿਉਂ ਤੰਗ ਦਿਲ, ਸਾਡਾ ਕਿਉਂ ਹੋ ਗਿਆ, ਸਾਡੇ ਲਈ ਸਰਕਾਰਾਂ ਕਿਉਂ ਤੰਗ ਦਿਲ ਹੋ ਗਈਆਂ? ਇਹਦਾ ਸਵਾਲ ਜਿਹੜਾ ਇਹ ਤੁਸੀਂ ਸਰਕਾਰਾਂ ਤੋਂ ਕਰ ਸਕਦੇ ਹੋ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ। ਪੰਜਾਬ ਸਰਕਾਰ ਦੇ ਵਿੱਚ ਸਰਕਾਰ ਬਦਲੀ ਆ, ਉਹ ਆਪਣਾ ਆਈਡੀਓਲੋਜੀ ਤੇ ਆਪਣਾ ਜਿਹੜਾ ਹੀਰੋ ਮੰਨਦੇ ਨੇ ਉਹ ਭਗਤ ਸਿੰਘ ਨੂੰ ਮੰਨਦੇ ਨੇ। ਕਿਆ ਉਹਨਾਂ ਨੂੰ ਕੋਈ ਸਵਾਲ ਕੀਤਾ ਗਿਆ ਕਿ ਭਗਤ ਸਿੰਘ ਦੇ ਪਰਿਵਾਰ ਅੱਜ ਜਾਂ ਊਧਮ ਸਿੰਘ ਦੇ ਪਰਿਵਾਰ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਪਰਿਵਾਰ ਵੀ ਅੱਜ ਦਿਹਾੜੀ ਮਜ਼ਦੂਰੀ ਕਰ ਰਹੇ ਨੇ? ਕਿਆ ਉਹਨਾਂ ਸਰਕਾਰ ਵੱਲੋਂ ਕੋਈ ਉਪਰਾਲੇ ਕੀਤੇ ਗਏ ਨੇ? ਕਿਆ ਉਹਨਾਂ ਨੇ ਉਹਨਾਂ ਪਰਿਵਾਰਾਂ ਨੂੰ ਸਮਝਿਆ ਕਿ ਵੀ ਉਹਨਾਂ ਨੂੰ ਕੋਈ ਸਰਕਾਰੀ ਮਦਦ ਦਿੱਤੀ ਜਾਵੇ? ਇਹ ਸਿਰਫ ਤੇ ਸਿਰਫ ਦਿਖਾਵਾ ਹੈ, ਸਿਰਫ ਤੇ ਸਿਰਫ ਜਿਹਨੂੰ ਕਹਿੰਦੇ ਆ ਕਿ ਆਪਣਾ ਡਫਲੀ ਵਜਾਓ ਤੇ ਆਪਣੀ ਸੱਤਾ ਸ਼ਹੀਦੀ ਦਾ ਦਰਜਾ ਮਿਲ ਪਾਇਆ ਅੱਜ ਤੱਕ? ਦੇਖੋ ਅੱਜ ਤੱਕ ਕੋਈ ਸ਼ਹੀਦਾਂ ਨੂੰ ਦਰਜਾ ਨਹੀਂ ਦਿੱਤਾ ਗਿਆ। ਵਾਅਦੇ ਬਹੁਤ ਕੀਤੇ ਆ, ਇਰਾਦੇ ਵੀ ਬਹੁਤ ਦਿਖਾਏ ਆ, ਲੇਕਿਨ ਦੋਵੇਂ ਤੋੜ ਕੇ ਆਪਣੀ ਸੱਤਾ ਦੇ ਮੱਧ ਦੇ ਵਿੱਚ ਬੈਠੇ ਨੇ। ਕੀ ਤੁਹਾਨੂੰ ਲੱਗਦਾ ਕਿ ਜਿਹੜਾ ਖੂਨੀ ਸਾਕਾ ਹੋਇਆ ਸੀ ਉਹਦੇ ਵਿੱਚ ਅੰਗਰੇਜ਼ਾਂ ਨੂੰ ਮੇਨ ਉਦੋਂ ਇਹੋ ਹੀ ਮਕਸਦ ਸੀ ਕਿ ਅੰਗਰੇਜ਼ਾਂ ਨੂੰ ਭਾਰਤ ਤੋਂ ਭਜਾਣਾ? ਸੋ ਜਿਹੜਾ ਖੂਨੀ ਸਾਕਾ ਹੋਇਆ ਸੀ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ, ਕਾਫੀ ਲੰਬੀ ਤੁਸੀਂ ਲੜਾਈ ਲੜੀ ਹੈ, ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿਵਾਉਣ ਲਈ ਜਿਹੜੀ ਸਰਕਾਰ ਆਉਂਦੀ ਹੈ ਤੁਹਾਨੂੰ ਜ਼ਰੂਰ ਇੱਕ ਹੌਸਲਾ ਦਿੰਦੀ ਹੈ ਕਿ ਸ਼ਹੀਦੀ ਦਾ ਦਰਜਾ ਦਿੱਤਾ ਜਾਏਗਾ। ਸੋ ਕਿੱਥੇ ਗੱਲ ਅੜੀ ਹੈ ਕਿ ਸ਼ਹੀਦੀ ਦਾ ਦਰਜਾ ਨਹੀਂ ਮਿਲ ਪਾਇਆ? ਦੇਖੋ ਇਹ ਇੱਕ ਪਾਲਿਸੀ ਹੈ 1971 ਦੇ ਵਿੱਚ ਸ਼੍ਰੀਮਤੀ
श्रीमती इंदिरा गांधी ने एक पेंशन स्कीम बनाई सी। उस दे विच उन्हें कहा सी कि भी ये जिहड़े लोग ने इहदे विच जां ते शहीद अपना उहदी वाइफ होवे जां लड़का होवे। सो कई लोगों नूं ये नहीं पता कि कईयां दे लोग पहले ही गुजर गए सन, जां शहीद दी पत्नी जां उसदा बच्चा। तो उन्हां लोकां नूं जिहड़ा ये देखो जलियांवाले बाग दे विच जेकर 500 कुछ लोगों की सूची है तो एक भी बंदे नूं कोई भी जड़ा उस परिवार नूं कोई सहूलत नहीं मिली, ना ही उन्होंने कोई इसका कोई फायदा मिलिया या कोई इन्हों ताम्र पत्र या इन्हों के सर्टिफिकेट जारी किए गए। बाकी जी गल तुहाडा सवाल है कि अज तक हुण असी इन्हां दे जिहड़े पिछले 2 सालों तो जदों दा इहदा वर्चुअल इनोग्रेशन किया गया, इस दिख नूं दोबारा ਜਿਹੜੇ 13 ਸੁਝਾਅ ਅਸੀਂ ਭੇਜੇ ਸੀ ਕਿ ਇਸ ਦੀ ਦਿੱਖ ਜਿਹੜੀ ਹੈ ਉਹ ਹੁਣ ਪੁਰਾਤਨ ਨਹੀਂ ਰਹੀ, ਇਸ ਨੂੰ ਦੁਬਾਰਾ ਬਣਾਇਆ ਜਾਵੇ। ਜਦ ਤੱਕ ਨਹੀਂ ਬਣਾਇਆ ਜਾਂਦਾ ਉਦ ਤੱਕ ਅਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਮਾਗਮਾਂ ਨੂੰ ਬਾਈਕਾਟ ਕੀਤਾ ਹੋਇਆ। ਸੋ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ, ਆਖਰੀ ਸਵਾਲ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ, ਸੋ ਤੁਸੀਂ ਕੀ ਜਿਹੜੀ ਸਰਕਾਰ ਦੀ ਪਾਲਿਸੀਆਂ ਉਸ ਤੋਂ ਵੀ ਆਜ਼ਾਦੀ ਚਾਹੁੰਦੇ ਹੋ? ਕਿਉਂਕਿ ਤੁਹਾਨੂੰ ਵੀ ਕਈ ਮੰਗਾਂ ਜਿਹੜੀਆਂ ਅੱਜ ਤੱਕ ਕਾਫੀ ਲੰਬੀ ਤੁਸੀਂ ਲੜਾਈ ਲੜਦੇ ਪਏ ਹੋ, ਸੋ ਮੰਗਾਂ ਤੁਹਾਡੀਆਂ ਪੂਰੀ ਨਹੀਂ ਹੋਈਆਂ, ਸੋ ਆਉਣ ਵਾਲਾ ਸਟੈਪ ਤੁਹਾਡਾ ਕੀ ਹੋਏਗਾ? देखो आने वाला स्टैप साडा ਇਹੋ ਹੀ ਹੈ कि ਅਸੀਂ ਸਮਾਗਮਾਂ 'ਚ ਉਨੀ ਦੇਰ ਤੱਕ ਸ਼ਮੂਲੀਅਤ ਨਹੀਂ ਕਰਾਂਗੇ। ਲੇਕਿਨ ਜਿਹੜਾ ਸਵਾਲ ਇਹ ਹੈ ਕਿ ਇਹਨਾਂ ਵੱਲੋਂ ਪਾਲਿਸੀ ਮੈਟਰ ਜਿਹੜਾ ਪਾਲਿਸੀ ਮੈਟਰ ਹੈ ਉਹ ਹਾਊਸ ਦੇ ਵਿੱਚ ਲੈ ਕੇ ਜਾਣ, ਚਾਹੇ ਅਸੈਂਬਲੀ ਦੇ ਚਾਹੇ ਪਾਰਲੀਮੈਂਟ ਦੇ ਹਾਊਸ 'ਚ ਲੈ ਕੇ ਜਾਣ, ਉੱਥੇ ਅਮੈਂਡ ਕੀਤਾ ਜਾਂਦਾ। ਜੇਕਰ ਇਹਨਾਂ ਕੋਲ ਅਮੈਂਡਮੈਂਟ ਦੀ ਪਾਲਿਸੀ ਹੀ ਨਹੀਂ ਹੈ तो फिर काहदे वास्ते सानू ढोंग कर रहे हैं? हर बारी इत्थे आंदे ने एक दशाला तो एक सेहरा पा के चले जाते हैं शहीदों के परिवारों नूं, और झूठे वादे तो इरादे करके इत्थों फिर दिल्ली रवाना या चंडीगढ़ रवाना हो जाते हैं। लेकिन अज तक भी किसी भी नेता वालों कोई भी अगे कार्रवाई नहीं की गई। सो मैं एक बहुत तुहाडे चैनल द्वारा मंग करदा अपने देश के प्रधानमंत्री यशस्वी प्रधानमंत्री जी नूं कि हथ जोड़ के साड़ी बेनती है कि साड़ी जिहड़ी इज्जत है वो पिछले 103 साल तो लथ रही है कि साडे बजुर्गों की शहादत नूं उसका दर्जा ते ताम्र पत्र नहीं दिते गए। जिस इंसान ने ऐसे प्रधानमंत्री ने जे 370 धारा तोड़ दी, राम मंदिर बनवाता, तो उस तो साड़ी उम्मीद है कि साडे शहीदां दा दर्जा ते साडे ताम्र पत्र वो दिलाणगे। सो बिल्कुल ऐसी शहीदों के परिवार जिन्हों ने साफ तौर पर कहा है कि उन्होंने जोड़े शहीदी हुई है उन्होंने परिवार के मैंबरों की, जिन्हों ने 1947 भावें ही 28 साल पहला उन्होंने परिवार की शहीदियां हुई, लेकिन वो उन्होंने शहीदी का दर्जा प्राप्त जरूर करा के रहेंगे भावें उन्होंने होर लड़ाई, क्योंकि काफ़ी देर तो लंबी लड़ाई शहीदी का दर्जा दिवाने लिए करते पे। सो आने वाले समय भी वो लड़ाई लगातार उन्होंने जारी रहेगी। अमित शर्मा, पंजाब तक, अमृतसर।